ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ, ਇਹ ਗੁਰ ਪਰਮੇਸ਼ਵਰ ਦਾ ਆਪਣਾ ਹੁਕਮ ਹੈ। ਅਸੀਂ ਗੁਰੂ ਸਾਹਿਬ ਦੇ ਉਹਨਾਂ ਆਦੇਸ਼ਾਂ ਨੂੰ, ਉਹਨਾਂ ਸੰਦੇਸ਼ਾਂ ਨੂੰ, ਉਹਨਾਂ ਹੁਕਮਨਾਮਿਆਂ ਨੂੰ ਔਰ ਉਸ ਪਰੰਪਰਾ ਦੇ ਵਿੱਚ ਗੁਰੂ ਸਾਹਿਬ ਦੇ ਵਰਸਾਏ ਹੋਏ ਉਹਨਾਂ ਦੇ ਖਾਲਸੇ ਨੇ ਵੀ ਉਸੇ ਜੁਗਤ ਨੂੰ ਜਾਰੀ ਰੱਖਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਿਰ ਉਸ ਦੇ ਉਪਰੰਤ ਤਖ਼ਤ ਸਾਹਿਬਾਨ ਤੋਂ ਵੀ ਹੁਕਮਨਾਮੇ ਜਾਰੀ ਹੁੰਦੇ ਰਹੇ। ਸਮੇਂ ਸਮੇਂ ਸਿਰ ਉਹ ਹੁਕਮਨਾਮੇ ਜਿਹੜਾ ਸਾਡਾ ਇੱਕ ਅਨਮੋਲ ਖਜ਼ਾਨਾ ਹੈ, ਸਮਕਾਲੀਨ ਇਤਿਹਾਸ ਦਾ ਉਹ ਇੱਕ ਬਹੁਤ ਵੱਡਾ ਸੋਮਾ ਹੈ, ਇੱਕ ਬਹੁਤ ਵੱਡਾ ਸਰੋਤ ਹੈ। ਔਰ ਜਿਹੜੀ ਖਾਲਸੇ ਦੇ ਉਸ ਨਿਸ਼ਾਨੇ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਕਿਸ ਮਕਸਦ ਲਈ ਇਸ ਖਾਲਸੇ ਦੀ ਸਿਰਜਣਾ ਹੋਈ। असुर संघारबे को, दुर्जन के मारबे को, संकट निबारबे को खालसा बनायो है। ये सैनापति उन्हां दा कथन सी, जिहड़े गुरु साहब दे साहिब श्री गुरु गोबिंद सिंह साहब दी उन्हां 52 कवियां दे विचों सिरमौर कवि सन, जिन्हां नूं सैनापति दा खिताब हजूर ने दिता। जिवें असीं वेखदे हां कि वक्ती हुकूमत, वक्ती बादशाह अपने आदेश जारी करते हैं, अपने हुक्म जारी करते हैं, पर यह हुक्म, ये आदेश सीमाबद्ध होंदे हैं, समाबद्ध होंदे हैं। हाकम दे, बादशाह दे अखां मीटदियां सार ही वो हुक्म निरस्त हो जाता है, उसका कौडी मुल भी नहीं रहिंदा। पर साहिबां ने जिहड़े हुक्म जारी कीते ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਲਾਗੂ ਹਨ। ਜੇਕਰ ਰਹਿਤ ਦਾ ਹੁਕਮ ਹੈ, ਜੇਕਰ ਕੁਰੈਤਾ ਤੋਂ ਬਚਣ ਦਾ ਹੁਕਮ ਹੈ, ਜੇਕਰ ਜੀਵਨ ਨੂੰ ਢਾਲਣ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਹੁਕਮਨਾਮੇ ਹਨ, ਉਹ ਸਦੀਵੀ ਹਨ, ਉਹ ਸਮਾਬੱਧ ਨਹੀਂ ਹਨ, ਉਹ ਸੀਮਾਬੱਧ ਨਹੀਂ ਹਨ। ਉਹਨਾਂ ਦੀ ਤਾਬ, ਉਹਨਾਂ ਦਾ ਤੇਜ, ਉਹਨਾਂ ਦਾ ਪ੍ਰਚੰਡ, ਉਹਨਾਂ ਦਾ ਪ੍ਰਤਾਪ ਉਹ ਘਟਦਾ ਨਹੀਂ, वो हमेशा कायम है। पर एक पासे हुकूमत हुक्म जारी करती है और दूसरे पासे हजूर हुक्मनामे जारी करते हैं। और इस परंपरा दे विच अज भी एक बहुत वड्डा एक प्रश्न है कि जदों श्री अकाल तख्त साहब तो जदों हुक्म जारी हो जाता है, वो हुक्म नहीं हुंदा, वो हुक्मनामा हुंदा है। और खालसे दे उत्ते वो हुक्म गुरु साहब दे आदेश की तरह वो लागू हुंदा है। वो एक वखरा विषय है कि इस नाल किस तरह दीयां कानूनी और दूसरियां पेचीदगियां पैंदियां हन। पर समय समय दे उत्ते इस तरह दे विरोधाभास ये जारी रहा है। जेकर हुकूमत ने यह हुक्म जारी कर दिता कि टोपी एक गुलामी का चिन्ह है, इसनूं हर गैर मुस्लिम नूं पाना पएगा, और बल्कि ज़बरदस्ती वो टोपियां पवाइयां भी गईयां। पर सिख लई रहतनामिਆਂ ने गुरु साहब के उस आदेश नूं अंकित कर दिता, सिख होए सिर टोपी धरे, 7 जन्म कुश्ती होए मरे। इस विच टोपी की विरोधता नहीं सी, पर खालसे दे न्यारेपन नूं कायम रखण लई उस हुकूमत दे इस गैर मुनासिब एक जालम और एक ज़बरदस्ती और धक्केशाही के खिलाफ एक बगावत सी। इसनूं चढ़दी कला कह लिया जाए या बगावत कह लिया जाए, थोड़ा ही फर्क है। जेकर मुगल हुकूमत ने, जेकर उस वेले दी हुकूमत ने यह हुक्म जारी किया कि कोई भी गैर मुस्लिम घोड़े की सवारी नहीं कर सकता, तो हजूर दे हुक्म आए, खालसा सो
ਜੋ ਚੜੇ ਤੁਰੰਗ, ਜਿਹੜਾ ਘੋੜੇ ਦੀ ਸਵਾਰੀ ਕਰੇ। ਇਸ ਤਰੀਕੇ ਦੇ ਨਾਲ ਸਾਬਤ ਸੂਰਤ ਹੋਣ ਦਾ ਹੁਕਮ ਤਾਂ ਹੋਰ ਵੀ ਜਿਹੜੇ, ਪਰ ਇਸ ਸਾਰੇ ਕੁਛ ਦੀ ਬੁਨਿਆਦ, ਸਾਰੇ ਕੁਛ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਹੋਈ, ਜਿਨ੍ਹਾਂ ਨੇ ਉੱਚੀ ਆਵਾਜ਼ ਦੇ ਵਿੱਚ ਰੋਜ਼ ਗਾਇਨ ਕਰਨ ਲਈ ਕਿਹਾ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ, ਸਿਵਾ ਸੱਚੇ ਖਸਮ ਦੇ, ਸਿਵਾਏ ਸੱਚੇ ਅਕਾਲ ਪੁਰਖ ਦੇ ਕਿਸੇ ਹੋਰ ਦੀ ਪਰਵਾਹ ਨਹੀਂ। ਜੇਕਰ ਖਾਲਸਾ ਬਣਨਾ ਹੈ ਤਾਂ ਉਸ ਦੀ ਪਹਿਲੀ ਸ਼ਰਤ ਹੈ, ਜਿਵੇਂ ਸਰਦਾਰ ਰਤਨ ਸਿੰਘ ਪੰਗੂ ਨੇ ਕਿਹਾ, ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ, ਨਵਾਬ ਸੁਲਤਾਨਪੁਰ ਲੋਧੀ ਦੀ ਅਦਾਲਤ ਵਿੱਚ ਹਨ, ਉਸ ਦੇ ਦਰਬਾਰ ਵਿੱਚ ਹਨ। ਭਾਈਆ ਜੈ ਰਾਮ ਜੀ ਨੇ ਉਹਨਾਂ ਦਾ ਤਾਰੁਫ ਕਰਾਇਆ, ਉਹਨਾਂ ਦੀ ਜਾਣ ਪਛਾਣ ਕਰਾਈ। ਇਹ ਨਾਨਕ ਹੈ, ਮੇਰਾ ਸਾਲਾ ਹੈ। ਜਨਮ ਸਾਖੀ ਦਾ ਕਰਤਾ ਲਿਖਦਾ, ਨਵਾਬ ਨੇ ਮੁਸਕਰਾ ਕੇ ਕਿਹਾ, ਜਾਤਕ ਭਲਾ ਲੱਗਦਾ ਹੈ। ਹਜ਼ੂਰ ਚੁੱਪ ਖੜੇ ਰਹੇ, ਕੁਛ ਨਹੀਂ ਬੋਲੇ। ਵਜ਼ੀਰ ਨੇ ਸਮਝਿਆ ਕਿ ਪਿੰਡ ਤੋਂ ਆਏ ਹਨ, ਅਜੇ ਇਹਨਾਂ ਨੂੰ ਅਦਾਲਤਾਂ ਦੇ, ਹਕੂਮਤ ਦੇ, ਦਰਬਾਰ ਦੇ ਕਾਇਦੇ ਕਾਨੂੰਨ ਦਾ ਨਹੀਂ ਪਤਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਨਾਨਕ ਸਾਹਿਬ ਨੂੰ ਸਲਾਮ ਕਰੋ, ਨਵਾਬ ਸਾਹਿਬ ਨੂੰ ਸਲਾਮ ਕਰੋ। ਗੁਰੂ ਨਾਨਕ ਸਾਹਿਬ ਨੇ ਮੁਸਕਰਾ ਕੇ ਕਿਹਾ, ਆਤਮਾ ਬੂਤ ਸਲਾਮੀ ਕਰਤ, ਗਰਦਨ ਬੇਤਮਾ ਬੁਲੰਦ ਬਵਦ। ਜਿਸ ਆਦਮੀ ਵਿੱਚ ਤਮਾ ਹੋਏਗੀ, ਜਿਸ ਵਿੱਚ ਲਾਲਚ ਹੋਏਗਾ, ਜਿਸ ਵਿੱਚ ਲੋਭ ਹੋਏਗਾ, ਉਸ ਦੀ ਗਰਦਨ ਝੁਕੇਗੀ। ਬੇਤਮਾ ਆਦਮੀ ਦੀ, ਬਗੈਰ ਲਾਲਚ ਵਾਲੇ ਬੰਦੇ ਦੀ ਗਰਦਨ ਹਮੇਸ਼ਾ ਬੁਲੰਦ ਰਹੇਗੀ। ਸਲਾਮ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਦੂਸਰੇ ਪਾਸੇ ਜਦੋਂ ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਕਿਹਾ, ਸਲਾਮ ਅਲੈਕ ਦਰਵੇਸ਼, ਜਦੋਂ ਕਿਸੇ ਨੂੰ ਮਿਲਦੇ ਹਨ ਤਾਂ ਉਹ ਇਹ ਆਵਾਜ਼ ਦਿੰਦੇ ਹਨ, ਸਲਾਮ ਵਾਲੇਕੁਮ, ਔਰ ਉਸ ਦਾ ਜਵਾਬ ਦਿੱਤਾ ਜਾਂਦਾ ਹੈ, ਵਾਲੇਕੁਮ ਸਲਾਮ। ਜਿਵੇਂ ਸਤਿ ਸ੍ਰੀ ਅਕਾਲ ਤੇ ਗੁਰਬਰ ਅਕਾਲ ਉਸ ਦਾ ਜਵਾਬ ਹੈ, ਗੁਰੂ ਬਰਾਬਰ ਹੈ ਵਾਹਿਗੁਰੂ ਦੇ। ਪਰ ਜਦੋਂ ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਸਲਾਮ ਅਲੈਕ ਦਰਵੇਸ਼, ਐ ਦਰਵੇਸ਼ ਤੈਨੂੰ ਸਲਾਮ ਹੈ। ਹਜ਼ੂਰ ਨੇ ਕਿਹਾ, ਜੇ ਤੂੰ ਸਲਾਮ ਹੀ ਕਰਨਾ ਹੈ ਤਾਂ ਅਲੇਖ ਕੋ ਸਲਾਮ, ਜੇ ਸਲਾਮ ਕਰਨਾ ਹੈ ਉਸ ਇੱਕ ਕਰਤਾ ਪੁਰਖ ਨੂੰ ਕਰ। ਅਲੇਖ ਕੋ ਸਲਾਮ, ਪੀਰ ਕੋ ਦਸਤ ਪੇਸ, ਪੀਰ ਨਾਲ ਹੱਥ ਮਿਲਾ, ਸ਼ੇਕ ਹੈਂਡ ਕਰ। ਇਹ ਇੱਕ ਪੈਗਾਮ ਹੈ, ਇੱਕ ਕਿਸਮ ਦਾ ਸੰਦੇਸ਼ ਹੈ, ਇੱਕ ਕਿਸਮ ਦਾ ਆਦੇਸ਼ ਸੀ, ਜਿਹੜਾ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ, ਔਰ ਜਿਸ ਦੀ ਪੂਰਤੀ, ਜਿਸ ਦੀ ਸੰਪੂਰਨਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਹੜੀ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਲਿਖ ਕੇ ਜਿਹੜੀ ਉਹਨਾਂ ਨੇ ਆਪਣੀ ਗੱਲ ਕਹੀ, ਔਰ ਇਹੀ ਕਿਹਾ, ਚੁਕਾਰ ਆਜ਼ਾਮਾ ਹੀਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸਤ। ਜਦੋਂ ਸਾਰੇ ਤਰੀਕੇ ਨਿਰਸਤ ਹੋ ਜਾਣ, ਫਿਰ ਉਸ ਵੇਲੇ ਤਲਵਾਰ ਦੇ ਉੱਤੇ ਹੱਥ ਰੱਖਣਾ ਜਾਇਜ਼ ਹੈ। ਔਰ ਔਰੰਗਜ਼ੇਬ ਨੂੰ ਜਿਹੜੀ ਖਾਸ ਗੱਲ ਉਹਨਾਂ ਨੇ ਕਹੀ, ਜੋ ਉਸ ਨੂੰ ਮੈਸੇਜ ਦਿੱਤਾ, ਜੋ ਸੁਨੇਹਾ ਦਿੱਤਾ, ਉਹਨਾਂ ਨੇ ਕਿਹਾ ਕਿ ਤੂੰ ਤਾਂ ਮਰਦ ਹੀ ਨਹੀਂ ਹੈ। ਅਗਰ ਮਰਦ ਦੀ ਜਿਹੜੀ ਨਿਸ਼ਾਨੀ ਸੀ, ਤੂੰ ਉਸ ਦੇ ਉੱਤੇ ਪੂਰਾ ਨਹੀਂ ਉਤਰਦਾ। ਔਰ ਇਤਨੇ ਸਖਤ ਲਫ਼ਜ਼ ਹਜ਼ੂਰ ਨੇ ਜਿਹੜੇ ਦਿੱਤੇ, ਔਰ ਜਿਹੜਾ ਜ਼ਫਰਨਾਮਾ ਜਿਸ ਨੂੰ ਪੜ੍ਹ ਕੇ ਉਹ ਹਿੱਲ ਗਿਆ, ਔਰ ਉਸਨੇ ਫਿਰ ਆਪਣਾ ਸ਼ਿਕਸਤਨਾਮਾ ਲਿਖਿਆ। ਅਸੀਂ ਚਾਹਾਂਗੇ ਪਿਛਲੇ ਸੈਗਮੈਂਟ ਵਿੱਚ ਆਪ ਨਾਲ ਉਸ ਜ਼ਫਰਨਾਮੇ ਨੂੰ ਸਾਂਝਾ ਕੀਤਾ ਸੀ, ਪਰ ਉਸ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਜਿਹੜੀਆਂ ਕਿ ਉਸ ਇਤਿਹਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ, ਔਰ ਜਿਹੜੀਆਂ ਉੱਚੀ ਉੱਚੀ ਆਵਾਜ਼ ਦੇ ਰਹੀਆਂ ਹਨ, ਉਹਨਾਂ ਬਾਦਸ਼ਾਹਾਂ ਦੇ, ਵਕਤੀ ਬਾਦਸ਼ਾਹਾਂ ਦੇ ਖੰਡਰਾਤ ਨੂੰ ਦੱਸ ਰਹੀਆਂ ਹਨ। ਇਹ ਸੁਨੇਹਾ ਦੇ ਰਹੀਆਂ ਹਨ, ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਜਿਵੇਂ ਆਪ ਇੱਕ ਤਸਵੀਰ ਦੇ ਵਿੱਚ ਵੇਖੋਗੇ, ਜਿਸ ਥਾਂ ਤੋਂ ਇਹ ਜਿਹੜੀ ਪਹਿਲੀ ਤਸਵੀਰ, ਜਿਸ ਸਥਾਨ ਤੋਂ ਭਾਈ ਦਇਆ ਸਿੰਘ ਜੀ ਨੇ ਉਹ
ਹੁਕਮਨਾਮਾ ਉਹ ਲੈ ਕੇ ਗਏ ਸਨ ਤੇ ਇਹ ਉਹ ਤਸਵੀਰ ਉਸ ਗੁਰਦੁਆਰਾ ਸਾਹਿਬ ਦੀ ਹੈ। ਇਸ ਤੋਂ ਅਗਲੀ ਤਸਵੀਰ ਗੁਰੂ ਸਾਹਿਬ ਫਾਰਸੀ ਦੇ ਵਿੱਚ ਔਰੰਗਜ਼ੇਬ ਨੂੰ ਜਿਹੜਾ ਖਤ ਲਿਖ ਰਹੇ ਹਨ। ਇਸ ਤੋਂ ਬਾਅਦ ਇਹ ਜੋ ਤਸਵੀਰ ਆਪ ਵੇਖ ਰਹੇ ਹੋ ਇਹ ਬਹੁਤ ਹੀ ਅਹਿਮ ਹੈ। ਔਰੰਗਾਬਾਦ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਇਤਿਹਾਸਕ ਹੁਕਮਨਾਮੇ ਦੀ ਕਾਪੀ ਹੈ, ਨਕਲ ਹੈ, ਜਿਹੜੀ ਉੱਥੇ ਗੁਰਦੁਆਰਾ ਸਾਹਿਬ ਭਾਈ ਦਇਆ ਸਿੰਘ ਜੀ ਵਿੱਚ ਸਾਂਭ ਕੇ ਰੱਖੀ ਹੋਈ ਹੈ। ਸੋ ਆਪ ਨੇ ਦੇਖਿਆ ਇਹ ਜਿਹੜੀਆਂ 3 ਤਸਵੀਰਾਂ ਦੇ ਰਾਹੀਂ ਹਜ਼ੂਰ ਦੇ ਉਸ ਕਥਨ, ਉਹ ਜਿਹੜੀ ਉਹਨਾਂ ਦੀ ਚਿੱਠੀ ਜਿਸ ਨੇ ਹਕੂਮਤ ਨੂੰ ਕਿਹਨਾਂ ਲਫ਼ਜ਼ਾਂ ਦੇ ਵਿੱਚ ਉਸ ਨੂੰ ਚੁਣੌਤੀ ਦਿੱਤੀ, ਉਸ ਨੂੰ ਉਸ ਦਾ ਸਾਰਾ ਕਿਰਦਾਰ ਜੋ ਹੈ ਉਸ ਨੂੰ ਇੱਕ ਆਈਨੇ ਦੇ ਰੂਪ ਵਿੱਚ ਉਸ ਦੇ ਅੱਗੇ ਸਪਸ਼ਟ ਕੀਤਾ। ਪਰ ਇਸ ਦਾ ਜੋ ਹਸ਼ਰ ਹੈ, ਜੋ ਅੰਜਾਮ ਹੈ, ਉਹ ਵੀ 2 ਤਸਵੀਰਾਂ ਦੇਖਣੀਆਂ, ਉਹ ਵੀ ਦੇਖਣੀਆਂ ਚਾਹੀਦੀਆਂ ਹਨ। ਜਿਹੜੀ ਆਪ ਅਗਲੀ ਤਸਵੀਰ ਦੇਖੋਗੇ ਇਹ ਬੋਰਡ ਹੈ, ਜੋ ਹਾਲਤ ਹੈ ਉਸ ਦੇ ਉੱਤੇ ਲਿਖਿਆ ਹੈ ਮਜ਼ਾਰ ਸ਼ਹਿਨशाह ਔਰੰਗਜ਼ੇਬ। ਇਹ ਜਿਹੜਾ ਆਲਮਗੀਰ ਸਾਰੇ ਸੰਸਾਰ ਦਾ ਆਪਣੇ ਆਪ ਨੂੰ ਆਲਮ ਕਹਿੰਦਾ ਸੀ, ਜਿਹੜਾ ਸਾਰੇ ਆਲਮ ਦਾ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਸੀ, ਇਹ ਉਸ ਦੀ ਹਾਲਤ ਹੈ, ਉਸ ਦੇ ਬੋਰਡ ਦੀ। ਔਰ ਅਗਲੀ ਤਸਵੀਰ ਜੋ ਆਪ ਵੇਖੋਗੇ ਔਰੰਗਜ਼ੇਬ ਦੀ ਉਹ ਮਜ਼ਾਰ ਹੈ ਜਿਹੜੀ ਔਰੰਗਾਬਾਦ ਦੇ ਵਿੱਚ ਕੱਚੀ ਮਿੱਟੀ ਦੀ ਮਜ਼ਾਰ ਹੈ ਔਰ ਜਿਸ ਤੇ ਛੱਤ ਵੀ ਨਹੀਂ ਹੈ। ਔਰੰਗਜ਼ੇਬ ਨੇ ਖੁਦ ਲਿਖਿਆ ਸੀ, ਉਸਨੇ ਸ਼ਿਕਸਤਨਾਮਾ ਲਿਖਿਆ ਸੀ ਕਿ ਮੇਰੇ ਕੋਲੋਂ ਇਤਨਾ ਕੁਝ ਹੋਇਆ ਹੈ ਕਿ ਮੈਂ ਕਿਸੇ ਚੀਜ਼ ਦਾ ਹੱਕਦਾਰ ਨਹੀਂ, ਪਤਾ ਨਹੀਂ ਮੇਰਾ ਕੀ ਬਣੇਗਾ। ਜਿਸ ਔਰੰਗਜ਼ੇਬ ਨੇ, ਜਿਸ ਦੇ ਬਾਰੇ ਕਥਨ ਹੈ, ਇਤਿਹਾਸ ਵਿੱਚ ਅੰਕਿਤ ਹੈ ਕਿ ਜਦੋਂ ਉਹ ਬੱਚਾ ਸੀ ਤਾਂ ਸਾਰਾ ਸ਼ਾਹੀ ਖਾਨਦਾਨ ਜਿਸ ਵੇਲੇ ਜਾਮਾ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾ ਰਿਹਾ ਸੀ ਤਾਂ ਔਰੰਗਜ਼ੇਬ 5 ਸਾਲ ਦਾ ਸੀ, ਇਹ ਅੰਦਰ ਨਹੀਂ ਗਿਆ। ਸ਼ਾਹਜਹਾਂ ਨੇ ਕਿਹਾ ਬਾਹਰ ਆ ਕੇ, ਤੂੰ ਅੰਦਰ ਨਹੀਂ ਸੀ ਗਿਆ, ਹੋਨਹਾਰ ਬਿਰਵਾਨ ਕੇ ਹੋ ਚੀਕਨੇ ਪਾਤ। ਔਰੰਗਜ਼ੇਬ ਨੇ ਜਵਾਬ ਦਿੱਤਾ, ਕਹਿਣ ਲੱਗਾ, ਉਸ 5 ਸਾਲ ਦੇ ਔਰੰਗਜ਼ੇਬ ਨੇ ਜਵਾਬ ਦਿੱਤਾ ਕਿ ਸਾਰਾ ਸ਼ਾਹੀ ਖਾਨਦਾਨ ਨਮਾਜ਼ ਪੜ੍ਹਨ ਮਸਜਿਦ ਵਿੱਚ ਗਿਆ ਸੀ, ਜੇ ਮਸਜਿਦ ਦੀ ਛੱਤ ਡਿੱਗ ਜਾਂਦੀ ਸਾਰੇ ਮਰ ਜਾਂਦੇ, ਮੁਲਕ ਨੂੰ ਕੌਣ ਸੰਭਾਲਦਾ। ਇਹ ਸ਼ਾਇਦ ਆਉਣ ਵਾਲੇ ਸਮੇਂ ਦੀ, ਆਉਣ ਵਾਲੇ ਤੂਫਾਨ ਦਾ ਇੱਕ ਸੁਨੇਹਾ ਸੀ। ਕਿਸ ਤਰੀਕੇ ਦੇ ਨਾਲ ਉਸਨੇ ਆਪਣੇ ਬਾਪ ਨੂੰ ਕੈਦ ਕੀਤਾ, ਆਪਣੇ ਭਰਾਵਾਂ ਨੂੰ ਮਰਵਾਇਆ ਔਰ ਜਿਹੜਾ ਕੁਝ ਉਸਨੇ ਕੀਤਾ, ਪਰ ਹਜ਼ੂਰ ਨੇ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਵਰਤਾਓ ਕੀਤਾ ਔਰ ਕਿਸ ਤਰੀਕੇ ਦੇ ਨਾਲ ਉਸ ਨੂੰ ਉਸ ਦਾ ਆਈਨਾ ਦਿਖਾ ਕੇ ਮਜਬੂਰ ਕਰ ਦਿੱਤਾ ਕਿ ਆਪਣਾ ਸ਼ਿਕਸਤਨਾਮਾ ਲਿਖੇ। ਅਸੀਂ ਇਸ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਔਰ ਅਗਲੇ ਸੈਗਮੈਂਟ ਦੇ ਬਾਅਦ ਅਸੀਂ ਆਪ ਦੀਆਂ ਕਾਲਸ ਵੀ ਲਵਾਂਗੇ, ਜਿਹੜੀਆਂ ਤੁਸੀਂ ਸਾਨੂੰ ਸਟੂਡੀਓ ਦੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਆਪਣੇ ਸੁਝਾਅ ਦੇ ਸਕਦੇ ਹੋ, ਕਿਉਂਕਿ ਹੁਕਮਨਾਮਿਆਂ ਦੀ ਗਿਣਤੀ ਬਹੁਤ ਵੱਡੀ ਹੈ ਔਰ ਕਾਫੀ ਵੱਡੀ ਗਿਣਤੀ ਵਿੱਚ ਹੁਕਮਨਾਮੇ ਅਜੇ ਮੌਜੂਦ ਹਨ ਜਿਨ੍ਹਾਂ ਦੀ ਤਸਦੀਕ ਹੋਣੀ ਬਾਕੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਉਹਨਾਂ ਦੀ ਤਸਦੀਕ ਕਰਵਾ ਰਹੀ ਹੈ। ਡਾਕਟਰ ਕਿਰਪਾਲ ਸਿੰਘ ਜੀ ਹਿਸਟੋਰੀਅਨ ਦੱਸਦੇ ਸਨ, ਕਾਫੀ ਵੱਡਾ ਸਿੱਖ ਇਤਿਹਾਸ ਦਾ ਸੋਮਾ ਜੈਪੁਰ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹ ਸਟੀਲ ਦੇ ਟਰੰਕਾਂ ਵਿੱਚ ਸਾਂਭਿਆ ਪਿਆ, ਜਿਨ੍ਹਾਂ ਵਿੱਚ ਅਖਬਾਰੇ ਦਰਬਾਰੇ ਮੁਆਲਾ, ਜੋ ਉਸ ਵੇਲੇ ਦੇ ਸਮਕਾਲੀਨ ਜੋ ਉਹਨਾਂ ਦੇ ਰਿਪੋਰਟਰ ਹੁੰਦੇ ਸੀ, ਜਿਹੜੇ ਰੋਜ਼ ਦਰਬਾਰ ਨੂੰ ਆਪਣੀਆਂ ਰਿਪੋਰਟਾਂ ਭੇਜਦੇ ਸੀ, ਉਹ ਸਾਰੀਆਂ ਰਿਪੋਰਟਾਂ ਹਨ ਜਿਨ੍ਹਾਂ 'ਚੋਂ ਕਾਫੀ ਹੱਦ ਤੱਕ ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਨੂੰ ਛਾਪਿਆ ਹੈ। ਪਰ ਲੋੜ ਸਾਨੂੰ ਇਹ ਹੈ ਕਿ ਅਸੀਂ ਆਪਣੇ ਉਸ ਇਤਿਹਾਸ ਤੋਂ ਖੁਦ ਨੂੰ ਜਾਣੂ ਕਰਵਾਈਏ, ਕਿਉਂਕਿ ਜੇ ਅਸੀਂ ਜਾਣੂ ਖੁਦ ਹੋਵਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੀ ਨਸਲ ਨੂੰ ਕੁਝ ਦੇ ਸਕਾਂਗੇ। ਨਹੀਂ ਤਾਂ ਐਸਾ ਨਾ ਹੋਵੇ ਇਤਨੇ ਅਮੀਰ ਵਿਰਸੇ ਦੀ, ਇਤਨੇ ਅਮੀਰ ਖਜ਼ਾਨੇ ਦੀ, ਇਤਨੇ ਵਡਮੁੱਲੇ ਖਜ਼ਾਨੇ ਦੀ ਮਾਲਕ ਕੌਮ ਇਹੀ ਲੱਗੇ ਕਿ ਸਾਡੇ ਕੋਲ ਕੀ ਹੈ
ਔਰ ਜਿਹੜਾ ਆਏ ਸਾਡਾ ਮਜ਼ਾਕ ਉਡਾ ਕੇ ਚਲਾ ਜਾਏ। ਸੋ ਇੱਕ ਬ੍ਰੇਕ ਲਵਾਂਗੇ, ਬ੍ਰੇਕ ਦੇ ਬਾਅਦ ਅਸੀਂ ਆਪ ਮੁੜ ਹਾਜ਼ਰ ਹੋਵਾਂਗੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ, ਗੁਰਮਤੇ ਅਤੇ ਹੁਕਮਨਾਮੇ ਇਸ ਪ੍ਰੋਗਰਾਮ ਦੇ ਵਿੱਚ ਮੁੜ ਨਿੱਘਾ ਸਵਾਗਤ ਹੈ। ਅਸੀਂ ਗੁਰੂ ਸਾਹਿਬ ਦੇ ਆਦੇਸ਼, ਗੁਰੂ ਸਾਹਿਬ ਦੇ ਸੰਦੇਸ਼, ਉਹ ਹੁਕਮ ਆਪ ਤੱਕ ਪਹੁੰਚਾਏ ਹਨ। ਜਿਹੜੇ ਹੁਕਮ ਔਰ ਹੁਕਮਨਾਮੇ ਸਮੇਂ-ਸਮੇਂ ਸਿਰ ਹੁੰਦੇ ਰਹੇ, ਉਹ ਸਮਕਾਲੀਨ ਇਤਿਹਾਸ ਦੇ ਲਈ ਇੱਕ ਬਹੁਤ ਵੱਡੀ ਜਾਣਕਾਰੀ ਦਿੰਦੇ ਹਨ। ਜਦੋਂ ਹਕੂਮਤ ਨੇ ਬਹਾਦਰ ਸ਼ਾਹ ਦੇ ਸਮੇਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ, ਇਹ ਹੁਕਮ ਦੇ ਦਿੱਤਾ ਗਿਆ ਕਿ ਨਾਨਕ ਪਰਸਤਾਰਾ ਕਜਾਨੰਦ ਬਕਤਲ ਰਸਾਨੰਦ, ਨਾਨਕ ਪਰਸਤਾਰਾ ਹਰ ਕਜਾ ਬਿਆਬੰਦ ਬਕਤਲ ਰਸਾਨੰਦ, ਜਿੱਥੇ ਵੀ ਨਾਨਕ ਪ੍ਰਸਤ ਨਜ਼ਰ ਆ ਜਾਏ ਉਸ ਨੂੰ ਕਤਲ ਕਰ ਦਿੱਤਾ ਜਾਏ। ਇਸ ਦੇ ਮੁਕਾਬਲੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਕਮਨਾਮਾ ਜਾਰੀ ਕੀਤਾ, ਸਾਡੀ ਲੜਾਈ ਮੁਗਲ ਹਕੂਮਤ ਨਾਲ ਹੈ, ਮੁਗਲਾਂ ਨਾਲ ਨਹੀਂ। ਇਹ ਬਹੁਤ ਵੱਡਾ ਇੱਕ ਸਿਧਾਂਤਕ ਪਹਿਲੂ ਸੀ ਕਿ ਹਕੂਮਤ ਦੇ ਨਾਲ ਵੈਰ ਸੀ, ਆਮ ਜਨਤਾ ਨਾਲ ਨਹੀਂ ਸੀ। ਜੇਕਰ ਹਾਕਮ ਅਗਰ ਮੁਗਲ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸਿੱਖਾਂ ਦੀ ਲੜਾਈ ਜਾਂ ਖਾਲਸੇ ਦੀ ਲੜਾਈ ਜਾਂ ਖਾਲਸੇ ਦੀ ਅਦਾਵਤ ਆਮ ਮੁਸਲਮਾਨਾਂ ਨਾਲ ਸੀ। ਬਾਬਾ ਬੰਦਾ ਸਿੰਘ ਜੀ ਦੇ ਇਸ ਹੁਕਮਨਾਮੇ ਦੇ ਬਾਅਦ ਕਾਫੀ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਏ। ਅਖਬਾਰੇ ਦਰਬਾਰੇ ਮੁਆਲਾ ਦੇ ਵਿੱਚ ਇਸ ਦਾ ਜ਼ਿਕਰ ਵੀ ਆਉਂਦਾ ਹੈ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਬਾਬੇ ਬਕਾਲੇ ਦੇ ਕੋਲ ਗੁਰੂ ਕੀ ਮਸੀਤ ਦੀ ਉਸਾਰੀ ਕੀਤੀ ਸੀ, ਜਿਹੜੀ ਅੱਜ ਵੀ ਮੌਜੂਦ ਹੈ, ਔਰ ਸਿੱਖ ਸਿਧਾਂਤ ਦੇ ਉੱਤੇ ਇੱਕ ਚਾਨਣ ਮਨਾਰਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਬਣਾਈ ਹੋਈ ਇੱਕ ਉਹ ਮਸੀਤ ਜਿਸ ਦਾ ਨਾਂ ਹੀ ਗੁਰੂ ਕੀ ਮਸੀਤ ਹੈ, ਉਹ ਅੱਜ ਵੀ ਖੜੀ ਹੈ। ਬਿਲਕੁਲ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਨੇ ਵੀ ਉਹਨਾਂ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਲਈ ਉਹਨਾਂ ਨੇ ਮਸੀਤ ਦੀ ਉਸਾਰੀ ਵੀ ਕੀਤੀ। ਸੋ ਇਹ ਸਿਧਾਂਤ ਸੀ ਕਿ ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਥਨ ਸੀ। ਹੁਣ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਹੋਏ ਇੱਕ ਹੁਕਮਨਾਮੇ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ। ਇਹ ਹੁਕਮ ਨਵੰਬਰ 1948 ਦੇ ਵਿੱਚ, ਜਦੋਂ 1947 ਦੇ ਦੇਸ਼ ਦੀ ਵੰਡ ਦੇ ਬਾਅਦ ਜੋ ਕਤਲੋ ਗਾਰਤ ਹੋਈ, ਜੋ ਅਸਹਿ ਤੇ ਅਕਹਿ ਜ਼ੁਲਮ ਹੋਇਆ, ਜਿਸ ਨੂੰ ਇਤਿਹਾਸ ਕਦੀ ਭੁਲਾ ਨਹੀਂ ਸਕਦਾ, ਉਸ ਕੱਲੂਕਾਰੇ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਹੁਕਮ ਜਾਰੀ ਕੀਤਾ, ਔਰ ਜਿਹੜਾ ਸਾਨੂੰ ਉਸ ਮੁੜ ਸਮੇਂ ਵੱਲ ਲਿਜਾਂਦਾ ਹੈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਹੁਕਮ ਉਹਨਾਂ ਨੇ ਦਿੱਤਾ ਉਸ ਦਾ ਅਰਥ ਕੀ ਸੀ, ਉਸ ਦਾ ਮਤਲਬ ਕੀ ਸੀ। ਇਹ ਹੁਕਮਨਾਮਾ ਨਹੀਂ ਹੈ, ਉਹ ਮੈਂ ਆਪ ਨੂੰ ਪੜ੍ਹ ਕੇ ਦੱਸਾਂਗਾ। ਅੰਮ੍ਰਿਤਸਰ ਦੀਪਮਾਲਾ ਦੇ ਵਾਰਸ਼ਿਕ ਇਕੱਠ ਉੱਤੇ ਦੂਰ ਨੇੜੇ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਦੇਸ਼। ਸਾਡਾ ਭਾਰਤ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋ ਚੁੱਕਾ ਹੈ ਤੇ ਆਜ਼ਾਦੀ ਦੀ ਭੇਟਾ ਸਿੱਖ ਸੰਗਤਾਂ ਨੇ ਬਹੁਤ ਦਿੱਤੀ ਹੈ। ਆਜ਼ਾਦ ਭਾਰਤ ਵਿੱਚ ਅਸਾਂ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਸਿਖਰ ਉੱਤੇ ਪਹੁੰਚਾਉਣਾ ਹੈ। ਇਸ ਲਈ ਸਿੱਖ ਸੰਗਤਾਂ ਨੂੰ ਅਗਲੇ ਸਾਲ ਹੇਠ ਲਿਖੀਆਂ ਗੱਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਪਹਿਲੀ, ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਆਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸੇ ਕਰਨੇ। ਨੰਬਰ 2, ਪਾਕਿਸਤਾਨ ਵਿੱਚ ਘਰ ਕਾਟ ਲੁਟਾ ਆਏ ਭਰਾਵਾਂ ਦੇ ਮੁੜ ਵਸਾਉਣ ਲਈ ਉਦਮ ਤੇ ਸਹਾਇਤਾ ਕਰਨੀ। ਤੀਸਰਾ, ਦੇਸ਼ ਦੀ ਰੱਖਿਆ ਲਈ ਫੌਜੀ ਸਿੱਖਿਆ ਲੈਣੀ ਅਤੇ
ਜਿਹੜਾ ਚੌਥਾ ਅਤੇ ਬਹੁਤ ਅਹਿਮ ਹੈ ਔਰ ਜਿਹੜਾ ਗੁਰੂ ਸਾਹਿਬ ਦੇ ਉਸ ਹੁਕਮ ਦੇ ਮੁਤਾਬਕ ਹੈ, ਜਿਹੜੀਆਂ ਇੱਕ ਕੁਰੈਤ ਦੇ ਵਿੱਚ ਸ਼ਾਮਲ ਹੈ ਔਰ ਜਿਸ ਦੇ ਨਾਲ ਇਨਸਾਨ ਤਨਖਾਹੀਆ ਹੁੰਦਾ ਹੈ, ਉਹ ਹੈ ਸ਼ਰਾਬ ਪੀਣ ਦਾ ਤਿਆਗ ਕਰਨਾ। ਇਹ ਜਿਹੜਾ ਹੈ ਹੁਣ ਇਹਨਾਂ ਦੇ ਵਿੱਚੋਂ ਜਿਹੜਾ ਆਪਰੇਟਿਵ ਹੈਗਾ ਸੀ, ਜਿਹੜਾ ਅੱਜ ਵੀ ਉਹ ਹੁਕਮ ਹੈ, ਸਾਨੂੰ ਉਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਇਸ ਅਕਾਲ ਤਖਤ ਸਾਹਿਬ ਦੇ ਰਾਹੀਂ ਜਾਰੀ ਹੋਏ, ਜਿਸ ਨੇ ਕੋਈ ਨਵਾਂ ਹੁਕਮ ਨਹੀਂ ਦਿੱਤਾ, ਬਲਕਿ ਗੁਰੂ ਸਾਹਿਬ ਦੇ ਉਸ ਆਦੇਸ਼ ਨੂੰ, ਉਸ ਸੰਦੇਸ਼ ਨੂੰ ਮੁੜ ਦੁਹਰਾਇਆ ਹੈ ਕਿ ਸੰਗਤ ਨੂੰ ਆਦੇਸ਼ਨੁਮਾ ਹੁਕਮਨਾਮਾ ਹੈ ਕਿ ਉਹ ਸ਼ਰਾਬ ਪੀਣ ਦਾ ਤਿਆਗ ਕੀਤਾ ਜਾਏ। ਸੋ ਇਹ ਜਿਹੜਾ ਹੁਕਮਨਾਮਾ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੁਕਮਨਾਮਾ, ਜਿਹੜਾ 26 ਜੇਠ 1756 ਨੂੰ ਹਜ਼ੂਰ ਨੇ ਕਾਬਲ ਦੀ ਸੰਗਤ ਦੇ ਨਾਂ ਭੇਜਿਆ। ਇਹ ਹੁਕਮਨਾਮਾ, ਇਸ ਦੀ ਇਬਾਰਤ ਬਹੁਤ ਛੋਟੀ ਜੀ ਹੈ, ਪਰ 1755 ਵਿੱਚ ਸਾਹਿਬਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਔਰ ਉਸ ਦੇ 1 ਸਾਲ ਦੇ ਬਾਅਦ ਇਹ ਹੁਕਮਨਾਮਾ ਕਾਬਲ ਦੀ ਸੰਗਤ ਨੂੰ ਜੋ ਭੇਜਿਆ ਗਿਆ, ਤਕਰੀਬਨ ਸਾਰੀ ਦੀ ਸਾਰੀ ਰਹਿਤ ਮਰਿਆਦਾ ਨੂੰ ਇਹ ਅੰਕਿਤ ਕਰ ਦਿੰਦਾ ਹੈ। ਇਸ ਵਿੱਚ ਲਿਖਿਆ ਹੈ, ਸਰਬਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਅਸਾਡੀ ਬਹੁਤ ਖੁਸ਼ੀ ਹੈ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਹੁਣ ਜਦੋਂ ਪੰਜਾਂ ਦੀ ਗੱਲ ਕਰ ਰਹੇ ਹਨ, ਉਹ 5 ਪਿਆਰਿਆਂ ਦਾ ਜ਼ਿਕਰ ਕਰ ਰਹੇ ਹਨ। ਅੰਮ੍ਰਿਤ ਦੀ ਦਾਤ ਦੇਣ ਦਾ ਅਧਿਕਾਰ ਕੇਵਲ 5 ਪਿਆਰਿਆਂ ਨੂੰ ਹੈ, ਕਿਸੇ ਹੋਰ ਵਿਅਕਤੀ ਨੂੰ, ਕਿਸੇ ਨਿੱਜੀ ਨੂੰ ਜਾਂ ਇਹਨਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ। ਔਰ ਅੰਮ੍ਰਿਤ ਉਹ ਹੈ ਜਿਹੜਾ ਖੰਡੇ ਦਾ ਹੋਏ ਔਰ 5 ਪਿਆਰਿਆਂ ਵੱਲੋਂ ਦਿੱਤਾ ਜਾਏ। ਅਗਲਾ ਹੈ ਹਜ਼ੂਰ ਦਾ ਹੁਕਮ, ਕੇਸ ਰੱਖਣੇ, ਇਹ ਸਾਡੀ ਮੋਹਰ ਹੈ। ਹਜ਼ੂਰ ਨੇ ਕੇਸਾਂ ਨੂੰ ਆਪਣੀ ਮੋਹਰ ਕਿਹਾ ਹੈ। ਮੋਹਰ, ਸੀਲ, ਸਟੈਂਪ, ਇਹ ਸਰਕਾਰੀ ਜੋ ਮੋਹਰ ਹੁੰਦੀ ਹੈ, ਨਾ ਤਾਂ ਉਸ ਦੇ ਰੰਗ ਵਿੱਚ ਕੋਈ ਤਬਦੀਲੀ ਕਰ ਸਕਦਾ ਹੈ, ਨਾ ਉਸ ਦੇ ਡਿਜ਼ਾਈਨ ਵਿੱਚ ਕੋਈ ਕਰ ਸਕਦਾ ਹੈ, ਨਾ ਉਸ ਦੇ ਵਿੱਚ ਕੋਈ ਕੱਟ ਵੱਢ ਕਰ ਸਕਦਾ ਹੈ। ਜਦੋਂ ਇਹਨਾਂ ਕੇਸਾਂ ਨੂੰ ਹਜ਼ੂਰ ਨੇ ਇਹ ਕਹਿ ਦਿੱਤਾ ਕਿ ਇਹ ਮੇਰੀ ਮੋਹਰ ਹੈ, ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਇਹ ਗੁਰੂ ਦੀ ਮੋਹਰ ਹੈ, ਇਸ ਦੀ ਸੰਭਾਲ, ਕੇਸਾਂ ਦੀ ਪਾਲਣਾ। ਅਗਲੇ ਲਫ਼ਜ਼ ਹਨ, ਕੱਛ ਕਿਰਪਾਨ ਦਾ ਵਿਸਾ ਕਰਨਾ ਨਹੀਂ। ਕਛਹਿਰੇ ਔਰ ਕਿਰਪਾਨ ਕਿਸੇ ਵੇਲੇ ਜਦੋਂ ਸਮਾਂ ਹੋਇਆ, ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ, ਕਕਾਰਾਂ ਦੇ ਉੱਤੇ ਅਸੀਂ ਵਿਸਥਾਰ ਦੇ ਵਿੱਚ ਗੱਲ ਕਰਾਂਗੇ, ਪਰ ਇਹ 2 ਸਰੀਰ ਦਾ ਅੰਗ ਹਨ, ਇਸ ਨੂੰ ਕਦੀ ਵੀ ਇਸ ਨੂੰ ਵੱਖ ਨਹੀਂ ਕਰਨਾ। ਕੱਛ ਕਿਰਪਾਨ ਦਾ ਵਿਸਾ ਨਾ ਕਰਨ ਦਾ ਆਦੇਸ਼ ਦਿੱਤਾ ਗਿਆ। ਇਸ ਦੇ ਬਾਅਦ ਸੀ ਸਰਬ ਲੋਹ ਦਾ ਕੜਾ ਹੱਥ ਰੱਖਣਾ। ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸੌ ਕਰਨੀ। ਕੇਸਾਂ ਦੀ ਪਾਲਣਾ, ਕੇਸਾਂ ਦੀ ਸੰਭਾਲ ਦਾ ਆਦੇਸ਼ ਹੈ, ਕੇਸਾਂ ਦੇ ਸ਼ਿੰਗਾਰ ਦਾ ਨਹੀਂ ਹੈ। ਔਰ ਕੰਘਾ ਜਿਹੜਾ ਹੈ, ਕੇਸਾਂ ਦੀ ਪਾਲਣਾ ਕੰਘੇ ਸੌ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਤੱਕ ਨੇ ਕੇਸਾਂ ਦੀ ਸੰਭਾਲ ਕਰਨ ਦਾ, ਕੇਸ ਰੱਖਣ ਦਾ ਆਦੇਸ਼ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਆਦੇਸ਼ ਦੇ ਕੇ ਕਿ ਕੇਸਾਂ ਦੀ ਪਾਲਣਾ ਕੰਘੇ ਸੋ ਕਰਨੀ, ਜਾਂ ਇਹ ਹੁਕਮਨਾਮਾ ਦੇ ਕੇ ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ, ਦੋਨੋਂ ਸਮੇਂ ਕੇਸਾਂ ਦੀ ਸੰਭਾਲ ਕਰੇ, ਕੰਘੇ ਨਾਲ ਕਰੇ। ਇਸ ਦਾ ਮਤਲਬ ਹੈ ਜਿਸ ਨੇ ਜਟਾਵਾਂ ਵਧਾ ਲੀਆਂ ਹਨ ਉਹ ਵੀ ਕੰਘੇ ਨੂੰ ਨਹੀਂ ਵਰਤ ਸਕਦਾ, ਜਾਂ ਜਿਹੜਾ ਕੌਨ ਮੌਨ ਸਾਧੂ ਹੋ ਗਿਆ ਹੈ ਉਹ ਵੀ ਨਹੀਂ ਕਰ ਸਕਦਾ। ਸੋ ਇਸ ਲਈ ਇਹ ਜਿਹੜਾ ਆਦੇਸ਼ ਹੈ ਉਹ ਪੁਰਾਣੀ ਆਦੇਸ਼ ਦੀ ਪ੍ਰੋੜਤਾ ਹੀ ਕਰਦਾ ਸੀ। ਇਸ ਤੋਂ ਬਾਅਦ ਹਜ਼ੂਰ ਨੇ ਅੰਕਿਤ ਕੀਤਾ, ਸਰਬਤ ਸੰਗਤ ਅਭਾਖਿਆ ਦਾ ਕੁੱਠਾ ਮਾਸ ਖਾਵੇ ਨਹੀਂ। ਤਮਾਕੂ ਨਾ ਵਰਤਣਾ, ਜਿਸ ਨੂੰ ਬਜਰ ਕੁਰੈਤ ਵਿੱਚ ਸ਼ਾਮਲ ਕੀਤਾ ਗਿਆ। ਔਰ ਭਾਦਣੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੇ। ਮੇਲ ਦਾ ਅਰਥ ਰਹਿਤ ਮਰਿਆਦਾ ਨੇ ਸਪਸ਼ਟ ਕੀਤਾ ਹੈ ਕਿ ਰਿਸ਼ਤੇ ਨਾਤੇ ਕਰਕੇ ਪਰਿਵਾਰਕ ਸਾਂਝ ਪੈਦਾ ਕਰਨੀ, ਨਾ ਕਿ ਕਿਸੇ ਨੂੰ ਮਿਲਣ ਜੁਲਣ ਤੋਂ ਰੋਕਣ ਦੀ ਗੱਲ ਹੈ। ਅਗਲੀ ਲਾਈਨ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਆਪਣੇ ਪਰਿਵਾਰ ਵਾਲੇ ਸਨ,
ਉਹਨਾਂ ਦੇ ਬਾਰੇ ਹੈ। ਮੀਣੇ ਮਸੰਦੀਏ ਰਾਮ ਰਾਈਏ ਕੀ ਸੰਗਤ ਨਾ ਬੈਸੋ, ਮੀਣਾ ਹੋਆ ਪ੍ਰਿਥਿਆ ਕਰ ਕਰ ਟੇਢਕ ਵਰਲ ਵਾਲਾ। ਇਹ ਗੁਰੂ ਦੀ ਅੰਸ਼ ਸਨ। ਮਸੰਦ ਗੁਰੂ ਸਾਹਿਬ ਨੇ ਖੁਦ ਥਾਪੇ ਸਨ। ਰਾਮ ਰਾਈਏ ਇਹ ਵੀ ਗੁਰੂ ਦੀ ਅੰਸ਼ ਸਨ। ਔਰ ਅੱਜ ਵੀ ਧੀਰਮਲ ਰਾਮ ਰਾਏ ਇਹਨਾਂ ਦੇ ਡੇਰੇ ਹਨ। ਪਰ ਇਹਨਾਂ ਦੀ ਸੰਗਤ ਵਿੱਚ ਨਾ ਜਾਣ ਦਾ ਆਦੇਸ਼ ਸਿੱਖ ਨੂੰ ਦਿੱਤਾ ਗਿਆ। ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਮੱਤ ਰੱਖਣੀ, ਸਰਬਤ ਸੰਗਤ ਉੱਪਰ ਮੇਰੀ ਖੁਸ਼ੀ ਹੈ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ। ਔਰ ਜਿਹੜੀ ਗੱਲ ਅਗਰ ਵਚਨ ਦਿੱਤਾ ਹੈ ਕਿ ਅਸੀਂ ਤੇਰੇ ਹੁਕਮ ਦੇ ਉੱਤੇ ਚੱਲਾਂਗੇ, ਤਾਂ ਜਿਸ ਤਰੀਕੇ ਦੇ ਨਾਲ ਸਾਹਿਬਾਂ ਨੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਮਰਦ ਉਹ ਹੁੰਦਾ ਹੈ, ਹਮੂ ਮਰਦ ਬਾਇਦ ਸ਼ਬਦ ਸੁਖਨਵਰ ਨ ਸ਼ਿਕਮੇ ਦਿਗਰ ਦਰਦਹਾਨੇ ਦਿਗਰ। ਜਿਹੜਾ ਵਚਨ ਕਰਕੇ ਖਿਸਕ ਜਾਏ ਉਹ ਮਰਦ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਸੀ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜੀਆਰ ਕੂੜੀ ਸਭ ਖੱਚਾ। ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲੱਚਾ, ਮਾਰਿਆ ਸੱਚੇ ਪਾਤਸ਼ਾਹ ਦੇਖ ਧੁਰ ਕਰ ਮੱਚਾ। ਸੋ ਇਹਨਾਂ ਆਦੇਸ਼ਾਂ ਨੂੰ ਅਸੀਂ ਸਾਬਤ ਇਹਨਾਂ 'ਤੇ ਕਦਮ ਰਹਿਣਾ, ਇਹ ਸਬੂਤ ਦੇਣਾ ਕਿ ਤੁਹਾਡਾ ਹੁਕਮ ਹੈ, ਅਸੀਂ ਸਿੱਖ ਹਾਂ, ਇਸ ਨੂੰ ਮੰਨਣਾ ਹੈ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਉਸ ਦੇ ਬਾਅਦ ਜੇ ਸਮਾਂ ਹੋਇਆ ਅਸੀਂ ਹੋਰ ਵੀ ਹੁਕਮਨਾਮੇ ਜੋ ਹਨ ਉਹਨਾਂ 'ਤੇ ਵਿਚਾਰ ਕਰਾਂਗੇ। ਔਰ ਆਪ ਦੀਆਂ ਕਾਲਸ ਅਗਰ ਹੋਣ ਜਿਹੜੇ ਤੁਸੀਂ ਸਾਨੂੰ ਕੋਈ ਸੁਝਾਅ ਦੇ ਸਕੋ, ਅਤੇ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਇਹਨਾਂ ਵਿੱਚ ਕੀ ਤੁਸੀਂ ਵਾਧਾ ਚਾਹੁੰਦੇ ਹੋ, ਜਾਂ ਅਸੀਂ ਇਸ ਦੇ ਹੋਰ ਕਿਹੜੇ ਸੁਝਾਅ ਹਨ। ਇੱਕ ਛੋਟਾ ਜਿਹਾ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਦੇ ਬਾਅਦ ਮੁੜ ਨਿੱਘਾ ਸਵਾਗਤ ਹੈ। ਅਸੀਂ ਗੁਰੂ ਸਾਹਿਬ ਦੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਹੁਕਮਨਾਮਿਆਂ ਦਾ ਜ਼ਿਕਰ ਕਰ ਰਹੇ ਸੀ। ਹੈਲੋ ਹੈਲੋ ਹੈਲੋ, ਹਾਂਜੀ ਲਾਂਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਾਂਜੀ ਹੁਕਮ ਕਰ, ਕੌਣ ਬੋਲ ਰਹੇ ਜੀ? ਲਾਂਬਾ ਜੀ ਮੈਂ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਜਰਨੈਲ ਸਿੰਘ ਜੀ, ਜੀ ਆਇਆਂ ਨੂੰ। ਹਾਂ ਲਾਂਬਾ ਜੀ ਬਸ ਵਧੀਆ, ਮੈਂ ਦੇਖ ਰਿਹਾ ਜੀ, ਬਹੁਤ ਸੋਹਣਾ ਚੱਲ ਰਿਹਾ ਜੀ। ਤੇ ਇਹ ਕਹਿੰਦਾ ਸੀ ਕਿ ਜਿਹੜੇ ਆਪਾਂ ਦਿਖਾ ਰਹੇ ਸੀ ਨਾ ਤੁਸੀਂ ਫਾਰਸੀ ਦੇ ਵਿੱਚ ਤੇ ਉਰਦੂ ਦੇ ਵਿੱਚ, ਇਹਨਾਂ ਦੀ ਪੰਜਾਬੀ ਨਹੀਂ ਮਿਲ ਸਕਦੀ ਸੀ? ਬਿਲਕੁਲ ਹੈਗੀਆਂ ਜੀ, ਬਿਲਕੁਲ ਹੈਗੇ ਹੈ। ਪਰ ਇਸ ਤਰ੍ਹਾਂ ਜੀ ਜਿਹੜਾ ਗੁਰੂ ਸਾਹਿਬ ਨੇ ਲਿਖਿਆ ਜੀ 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 ਉਹ ਓਰੀਜਨਲ ਫਾਰਸੀ ਦੇ ਵਿੱਚ ਹੀ ਲਿਖਿਆ ਹੈਗਾ, ਮਗਰ ਪੰਜਾਬੀ ਵਿੱਚ ਮੌਜੂਦ ਹੈ ਜੀ। ਤੁਸੀਂ ਸਾਨੂੰ ਈਮੇਲ ਕਰੋ, ਅਸੀਂ ਤੁਹਾਨੂੰ ਜ਼ਰੂਰ ਪੰਜਾਬੀ ਵਿੱਚ ਵੀ ਭੇਜ ਦਿਆਂਗੇ। ਹਾਂ, ਕਿਉਂਕਿ ਮੈਂ ਇਹ ਚਾਹੁੰਦਾ ਸੀ ਕਿ ਜੇ ਇਹਨੂੰ ਆਪਾਂ ਪੜ੍ਹਿਆ ਜਾਵੇ ਤੇ ਫੇਰ ਹੀ ਪਤਾ ਲੱਗੇਗਾ ਕੀ ਹੈ ਇਸ 'ਚ ਨਾ ਜੀ। ਬਿਲਕੁਲ ਛਪਿਆ ਵੀ ਹੋਇਆ ਹੈ, ਮੌਜੂਦ ਵੀ ਹੈ। ਔਰ ਜਿਹੜਾ ਤੁਸੀਂ ਸਾਨੂੰ ਈਮੇਲ ਕਰ ਦੇਣਾ, ਅਸੀਂ ਤੁਹਾਨੂੰ ਜ਼ਰੂਰ ਉਹ ਓਰੀਜਨਲ ਜਿਹੜਾ ਹੈਗਾ ਫਾਰਸੀ ਦੇ ਵਿੱਚ ਹੈਗਾ ਜੀ, ਜ਼ਰੂਰ ਭੇਜਾਂਗੇ ਆਪ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ, ਬਹੁਤ ਬਹੁਤ ਧੰਨਵਾਦ। ਖਾਲਸਾ। ਹਾਂ ਵਾਹਿਗੁਰੂ ਜੀ ਫਤਿਹ। ਹੈਲੋ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਨਾਜਰ ਸਿੰਘ ਬੋਲ ਰਿਹਾ, ਰੋਚੈਸਟਰ ਨਿਊਯਾਰਕ ਤੋਂ ਜੀ। ਹਾਂਜੀ ਹਾਂਜੀ, ਜੀ ਆਇਆਂ ਨੂੰ ਜੀ। ਹਾਂਜੀ, ਬੜਾ ਚੰਗਾ ਲੱਗਾ ਤੁਹਾਡਾ ਪ੍ਰੋਗਰਾਮ ਸੁਣ ਕੇ ਜੀ। ਸਿਰਫ ਇੱਕ ਬੇਨਤੀ ਸੀਗੀ। ਹੁਕਮ ਕਰੋ। ਆਪਣੀ ਜਿਹੜੇ ਹੁਕਮਨਾਮੇ ਅਕਾਲ ਤਖਤ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਹੁਕਮਨਾਮਾ ਹੁਣ ਤੁਸੀਂ ਪੜ੍ਹ ਕੇ ਸੁਣਾਇਆ ਜੀ, ਜਿਹੜੇ ਅੱਜ ਕੱਲ ਆਪਣੇ ਸਿੱਖੀ ਅਕਾਲ ਤਖਤ ਦੇ ਤੇ ਗੁਰੂ ਦੇ ਹੁਕਮਨਾਮੇ ਨੂੰ ਚੈਲੰਜ ਕਰਨ ਲੱਗ ਪਏ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਤੇ ਸ਼ੁਰੂ ਦੇ ਵਿੱਚ ਹੀ ਇਸ ਚੀਜ਼ ਦੇ ਉੱਤੇ ਤਾਂ ਕੋਈ ਦੁਬਿਧਾ ਨਹੀਂ ਕਿ ਜਿਹੜਾ ਸਿੱਖ ਉਹ ਹੈ ਜਿਹੜਾ ਹੁਕਮ ਨੂੰ ਮੰਨੇ। ਜਿਹੜਾ ਹੁਕਮ ਨੂੰ ਨਹੀਂ ਮੰਨਦਾ ਉਹ ਆਪਣੇ ਆਪ ਹੀ ਉਸ ਦਾਇਰੇ ਤੋਂ ਬਾਹਰ ਆਪਣੇ ਆਪ ਨੂੰ ਡਿਕਲੇਅਰ ਕਰਦਾ ਹੈ। ਪਰ ਧਰਮ ਦੇ ਖੇਤਰ ਦੇ ਵਿੱਚ ਕੋਈ ਪੁਲਿਸ ਫੋਰਸ ਨਹੀਂ ਹੁੰਦੀ, ਕੋਈ ਉਹਦੇ 'ਚ ਫੋਰਸ ਨਹੀਂ ਹੈ। ਇਹ ਤਾਂ ਬੰਦੇ ਦੀ ਆਤਮਾ ਦੇ ਨਾਲ ਔਰ ਉਸਦੇ ਅੰਤਰ ਆਤਮੇ ਦੇ ਨਾਲ ਉਹਦਾ ਸੰਬੰਧ ਹੈ। ਜਿਹੜਾ ਸਿੱਖ ਅਖਵਾਉਂਦਾ ਹੈ ਉਸ ਨੂੰ ਹੁਕਮ ਨੂੰ ਮੰਨਣਾ ਪੈਣਾ ਹੈ। ਪਰ ਜੇ ਕੋਈ ਅਗਰ ਹੁਕਮ ਦੀ ਅਦੂਲੀ ਕਰਦਾ ਹੈ ਔਰ ਫਿਰ ਅਗਰ ਸਾਰਵਜਨਿਕ ਰੂਪ ਵਿੱਚ ਪਬਲਿਕਲੀ ਕਰਦਾ ਹੈ, ਤਾਂ ਫਿਰ ਉਹਦਾ ਫੈਸਲਾ ਵੀ ਸੰਗਤ ਨੇ ਕਰਨਾ ਹੈ ਕਿ ਉਹਦੇ ਨਾਲ ਕਿੱਦਾਂ ਨਜਿੱਠਣਾ ਹੈ ਜੀ। ਮਤਲਬ ਜਿਵੇਂ ਸਾਹਿਬ ਤੁਹਾਨੂੰ ਪਤਾ ਹੋਵੇ, ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੋਂ ਦੇ ਟਰਸਟੀਆਂ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਤੇ ਇੱਕ
ਸਿੱਖਾਂ ਦੇ ਕਕਾਰਾਂ ਬੜੇ ਅਸ਼ਲੀਲ ਸ਼ਬਦ ਗਲਤ ਸ਼ਬਦ ਬੋਲੇ ਨੇ, ਕੋਰਟ ਦੇ ਵਿੱਚ ਬਿਆਨ ਦਿੱਤੇ ਨੇ ਜੀ। ਤੇ ਉਹਦੇ ਵਾਸਤੇ ਮਤਲਬ ਵੀ ਸਾਡੀਆਂ ਆਪਣੀਆਂ ਜਥੇਬੰਦੀਆਂ ਕੁਝ ਨਹੀਂ ਕਰ ਰਹੀਆਂ, ਅਕਾਲ ਤਖਤ ਸਾਹਿਬ ਵੀ ਚੁੱਪ ਆ, ਆਪਣੀਆਂ ਹੋਰ ਜਥੇਬੰਦੀਆਂ ਸਾਰੀਆਂ ਚੁੱਪ ਨੇ। ਮਤਲਬ ਵੀ ਜੇ ਅਸੀਂ ਚੁੱਪ ਕਰਕੇ ਬੈਠ ਗਏ ਤੇ ਇਹੋ ਜਿਹੇ ਲੋਕਾਂ ਨੂੰ ਆਪਣਾ ਸਿੱਖ ਧਰਮ ਦੇ ਜਿਹੜੇ ਮੁੱਢਲੇ ਬੁਨਿਆਦ ਸਾਡੇ ਹੈਗੇ ਨੇ ਉਹਨਾਂ ਉੱਤੇ ਅਸੀਂ ਉਂਗਲ ਉਠਾਉਣ ਦੀ ਇਜਾਜ਼ਤ ਦੇ ਦਈਏ ਤਾਂ ਫਿਰ ਮੇਰਾ ਖਿਆਲ ਕੀ ਮਤਲਬ ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ? ਨਹੀਂ ਬਿਲਕੁਲ, ਮੈਂ ਇਸ ਤੇ ਸਿਰਫ ਇੱਕ ਹਵਾਲਾ ਦੇਣਾ ਚਾਹਾਂਗਾ। ਸ਼ੇਖ ਸਾਦੀ ਨੂੰ ਕਿਸੇ ਨੇ ਕਿਹਾ ਸੀ ਕਿ ਤੂੰ ਰੋਜ਼ ਮਸੀਤ ਜਾਂਦਾ ਹੈ ਪਰ ਤੇਰੀ ਗੁਰਬਤ ਉਸੇ ਤਰ੍ਹਾਂ ਕਾਇਮ ਹੈ, ਤੇਰੀ ਗਰੀਬੀ ਹਾਲੇ ਵੀ ਕਾਇਮ ਹੈ, ਤੂੰ ਫਿਰ ਮੁੜ ਮਸੀਤ ਜਾਂਦਾ ਹੈ। ਉਸਨੇ ਸ਼ੇਖ ਸਾਦੀ ਨੇ ਜਵਾਬ ਦਿੱਤਾ ਸੀ, ਕਹਿਣ ਲੱਗਾ ਕਿ ਮੈਂ ਅਗਰ ਰਾਸ਼ਨ ਲੈਣਾ ਹੈ ਤੇ ਭਾਵੇਂ ਮਿਲੇ ਨਾ ਮਿਲੇ, ਜਿੰਨੀ ਦੇਰ ਵਾਰ ਮਰਜ਼ੀ ਜਾਣਾ ਪਵੇ, ਮੈਂ ਰਾਸ਼ਨ ਦੀ ਦੁਕਾਨ ਤੇ ਹੀ ਜਾਵਾਂਗਾ, ਮੈਂ ਕਿਸੇ ਮੋਚੀ ਕੋਲ ਨਹੀਂ ਚਲਾ ਜਾਵਾਂਗਾ। ਸੋ ਸਾਡੇ ਕੋਲ ਜਿਹੜਾ ਸਥਾਨ ਹੈ, ਜਿਹੜੇ ਸਾਡੇ ਅਥਾਰਟੀਜ਼ ਹਨ, ਸਾਨੂੰ ਉਹਨਾਂ ਨੂੰ ਮੁੜ ਅਪਰੋਚ ਜ਼ਰੂਰ ਕਰਨੀ ਪਏਗੀ ਔਰ ਉਹਨਾਂ ਦਾ ਫਰਜ਼ ਵੀ ਹੈ। ਔਰ ਜਦੋਂ ਇੱਥੇ ਆਉਂਦੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਕਰੋ ਔਰ ਉਹ ਜ਼ਰੂਰ ਇਸ ਚੀਜ਼ ਦਾ ਹੱਲ ਹੋਏਗਾ। ਅਗਰ ਕੋਈ ਫੈਕਟਸ ਦੇ ਉੱਤੇ ਹੈਗੀ ਹੈ ਤੇ ਪਰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਗੁਰੂ ਸਾਹਿਬ ਦੇ ਆਦੇਸ਼ਾਂ ਦੇ ਵਿਪਰੀਤ ਕੋਈ ਕਿਸੇ ਕਿਸਮ ਦਾ ਕੋਈ ਵੀ ਕਮੈਂਟ ਦੇਵੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਂਬਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੇ ਜੀ? ਮੈਂ ਪਰਮਿੰਦਰ ਸਿੰਘ ਸੋਚ ਅਰਜ਼ ਕਰ ਰਿਹਾ ਜੀ। ਹਾਂਜੀ ਹਾਂਜੀ ਸੋਚ ਸਾਹਿਬ ਜੀ, ਜੀ ਆਇਆਂ ਨੂੰ। ਅੱਛਾ ਜੀ, ਮੈਂ ਵੀ ਨਾ ਜਿਹੜੀ ਗੱਲ ਹੁਣੇ ਇੱਕ ਨੌਜਵਾਨ ਸਿੰਘ ਨੇ ਕੀਤੀ ਤੁਹਾਡੇ ਨਾਲ, ਜੀ ਜੀ ਜੀ, ਉਸੇ ਨੂੰ ਦੁਹਰਾਉਣਾ ਚਾਹਾਂਗਾ ਕਿ ਜਿਵੇਂ ਤੁਸੀਂ ਸਾਰਾ ਕੁਝ ਦੱਸਿਆ ਨਾ ਜੀ, ਇਹ ਇੰਨਾ ਇਨਫੋਰਮੇਟਿਵ ਹੈਗਾ, ਪਰ ਲੱਗਦਾ ਇਹ ਹੈ ਕਿ ਇਹ ਇੱਕ ਹੁਣ ਜਿਵੇਂ ਹਿਸਟਰੀ ਬਣ ਗਈ ਰਹਿ ਗਈ ਹੋਵੇ ਸਾਰੀ ਜੀ। ਇਹਦੇ ਤੇ ਅਮਲੀ ਜਾਮਾ ਨਹੀਂ ਪਹਿਨਾਇਆ ਜਾਏ ਨਾ ਤਖਤ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ, ਜੀ ਜੀ, ਇਹ ਤੇ ਇੱਕ ਬੀਤ ਚੁੱਕੀ ਹਿਸਟਰੀ ਹੈ ਜੀ, ਜਿਹਦਾ ਕੋਈ ਮਹਿਣਾ ਹੀ ਨਹੀਂ ਰਹਿ ਜਾਂਦਾ। ਨਹੀਂ ਸੋਚ ਸਾਹਿਬ, ਮੈਂ ਆਪਣੀ ਸੋਚ ਹੈ, ਤੁਹਾਡੀ ਸੋਚ ਇਸ ਤੇ ਮੁਬਾਰਕ ਹੈ, ਪਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਵਕਤੀ ਤੌਰ ਦੇ ਉੱਤੇ ਲੱਗਦਾ ਹੈ ਕਿ ਕੁਝ ਸ਼ਾਇਦ ਅਸੀਂ ਜਿਤਨੀ ਉਸ ਤੇ ਤੇਜ਼ੀ ਦੇ ਨਾਲ ਅਮਲ ਚਾਹੁੰਦੇ ਹਾਂ, ਪਰ ਕਦੀ ਵੀ ਜਿਹੜਾ ਓੜਕ ਸੱਚ ਰਹੀ ਵਾਲੀ ਗੱਲ ਹੈ, ਜਿਹੜਾ ਸਿਧਾਂਤ ਹੈ, ਉਹ ਕਦੀ ਵੀ ਨਹੀਂ, ਉਹ ਤੁਸੀਂ ਜਿਵੇਂ ਇਤਿਹਾਸ ਤੋਂ ਹੀ ਬੰਦਾ ਸਬਕ ਲੈ ਕੇ ਅੱਗੇ ਤੁਰਦਾ ਔਰ ਉਸਨੇ ਅੱਗੇ ਉਸੇ ਚੀਜ਼ ਨੂੰ ਲੈ ਕੇ ਕਰਨਾ ਹੈ। ਮੈਂ ਇਸ ਚੀਜ਼ ਦੇ ਤੇ ਮੈਂ ਤੇ ਬਹੁਤ ਹੀ ਆਸ਼ਾਵੰਦ ਹਾਂ ਕਿ ਜਿਹੜੇ ਸਿਧਾਂਤ ਹਨ, ਜਿਹੜੇ ਅਸੂਲ ਹਨ, ਜੇ ਅਗਰ ਆਸ਼ਾਵੰਦ ਨਾ ਹੁੰਦੇ, ਸਾਨੂੰ ਉਹਨਾਂ ਨੂੰ ਦੁਹਰਾਉਣ ਦੀ ਕੋਈ ਖਾਲੀ ਅਕੈਡਮਿਕ ਗੱਲ ਨਹੀਂ ਹੈ। ਇਹ ਇੱਕ ਜ਼ਿੰਦਾ ਹੁਕਮ ਹਨ, ਜ਼ਿੰਦਾ ਆਦੇਸ਼ ਹਨ, ਜਿਨ੍ਹਾਂ ਦਾ ਅੱਜ ਵੀ ਉਹੀ ਉਸਦਾ ਅਸਰ ਹੈ, ਉਸ ਦੇ ਵਿੱਚ ਕੋਈ ਕਮੀ ਨਹੀਂ ਹੈ। ਬਾਕੀ ਸਾਨੂੰ ਭਰੋਸਾ ਜਿਹੜਾ ਹੈ ਉਹ ਅਕਾਲ ਪੁਰਖ ਦੇ ਉੱਤੇ ਹੈ, ਸਾਡੀ ਅਰਦਾਸ ਉਸੇ ਕੋਲ ਹੈ, ਹੋਰ ਕਿਸੇ ਵਿਅਕਤੀ ਕੋਲ ਨਹੀਂ ਹੈ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਸੈਕਿੰਡ ਲਾਂਬਾ ਸਾਹਿਬ ਜੀ। ਹੈਲੋ, ਹਾਂਜੀ ਹਾਂਜੀ, ਗੁਜ਼ਾਰਿਸ਼ ਸਿਰਫ ਇੰਨੀ ਹੈ ਜੀ ਕਿ ਜੇ ਦੇਖੋ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਜੀ, ਜੇ ਕੰਪਲੀਟਲੀ ਬੰਦਾ ਚੁੱਪ ਸਾਧ ਲਵੇ, ਜੀ, ਉਹਦਾ ਕੀ ਮੈਣਾ? ਜਾਂ ਤੇ ਹੋਵੇ ਕਿ ਉਹਨਾਂ ਨੂੰ ਇਲਮ ਨਾ ਹੋਵੇ ਕਿਸੇ ਗੱਲ ਦਾ, ਜੀ ਜੀ, ਇਲਮ ਹੋਣ ਦੇ ਬਾਵਜੂਦ ਵੀ ਚੁੱਪ ਸਾਧੀ ਰੱਖੀ ਜਾਵੇ। ਦੇਖੋ ਸੋਚ ਸਾਹਿਬ ਇੱਦਾਂ ਹੈ, ਉਹਨਾਂ ਕਿਸੇ ਦੂਸਰੇ ਦੀ ਬਿਹਾਫ ਦੇ ਉੱਤੇ ਤੇ ਮੈਂ ਕੋਈ ਜਵਾਬ ਤੁਹਾਨੂੰ ਨਹੀਂ ਦੇ ਸਕਦਾ, ਠੀਕ ਹੈ ਨਾ ਜੀ। ਕਿ ਮੈਂ ਤੇ ਤੁਸੀਂ ਗੱਲ ਆਪਣੀ ਪਹੁੰਚਾ ਦਿੱਤੀ, ਅਸੀਂ ਵੀ ਉਸ ਨੂੰ, ਮੇਰਾ ਖਿਆਲ ਹੈ, ਪੂਰੀ ਸ਼ਿੱਦਤ ਦੇ ਨਾਲ ਉਸ ਨੂੰ ਨਸ਼ਰ ਕਰ ਰਹੇ ਹਾਂ। ਜਿੱਥੇ ਕਿਧਰੇ ਵੀ, ਜਹਾਂ ਖਾਲਸਾ ਜੀ ਸਾਹਿਬ ਤਹਾਂ ਰਚਿਆ ਰਿਆਇਤ ਵਾਲੀ ਗੱਲ ਹੈ। ਜਿੱਥੇ ਵੀ ਕੋਈ ਸਿੱਖ ਵਸਦਾ ਹੈ, ਜਿੱਥੇ ਕੋਈ ਸਿੱਖੀ ਦੇ ਉੱਤੇ ਹਮਲਾ ਹੈ, ਸਾਨੂੰ ਸਾਰਿਆਂ ਨੂੰ, ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਉਸ ਦਾ ਨੋਟਿਸ ਲੈਣਾ ਚਾਹੀਦਾ ਔਰ ਉਹ ਜ਼ਰੂਰ ਉਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਜੀ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਰਘਵੀਰ ਸਿੰਘ ਦੁਸਾਂਝ ਐਵਰੇਟ ਵਾਸ਼ਿੰਗਟਨ ਤੋਂ ਬੋਲ ਰਿਹਾ ਜੀ। ਹਾਂਜੀ ਦੁਸਾਂਝ ਸਾਹਿਬ ਜੀ। ਹਾਂਜੀ ਲਾਂਬਾ ਸਾਹਿਬ ਨਾਲ ਬੋਲ ਰਿਹਾ ਜੀ, ਮੈਂ ਗੁਰਚਰਨਜੀਤ ਸਿੰਘ ਲਾਂਬਾ। ਹਾਂਜੀ ਅੱਛਾ, ਨਹੀਂ ਉਹ ਤਾਂ ਚਲੋ, ਮੈਂ ਕਈ ਵਾਰ ਗੁਜ਼ਾਰਿਸ਼ ਵੀ ਕੀਤੀ ਸੀ ਇੱਥੇ ਜੀ, ਬੜੇ ਜਿਹੜੇ ਦੋ ਹੋਸਟ ਹੈ ਮੇਰੇ ਮਿੱਤਰ ਵੀ ਦੋਸਤ ਵੀ, ਮੈਂ ਕਈ ਵਾਰ 2 ਸਾਲ ਪਹਿਲਾਂ ਤੋਂ ਵੀ ਇਹਨਾਂ ਨਾਲ ਕਾਲ ਕਰਦਾ ਰਿਹਾ। ਹਾਂਜੀ, ਆਈ ਇੰਜੋਏ ਯੂਰ ਪ੍ਰੋਗਰਾਮ ਜੀ। ਰਿਆੜ ਸਾਹਿਬ ਨਾਲ ਵੀ ਜੀ, ਤੇ ਹੈਰੀ ਮਲਹੋਤਰਾ ਵੀ ਜੀ, ਤੇ ਮੇਰੀ ਇਹ ਤਾਂ ਕਈ ਵਾਰ ਮੇਰੀ ਗੱਲ ਹੀ ਨਹੀਂ ਸੁਣਦੇ। ਹੈਰੀ ਜੀ ਬੈਠੇ ਮੁਸਕਰਾ ਰਹੇ ਆ, ਉਹ ਤੁਹਾਡੀ ਗੱਲ ਜ਼ਰੂਰ ਸੁਣਨਗੇ। ਆਪਣਾ ਥੋੜੀ ਦੇਰੀ ਬਾਅਦ ਆ ਰਹੇ ਮਾਈਕ ਤੇ, ਜ਼ਰੂਰ ਤੁਹਾਡੇ ਨਾਲ ਗੱਲ ਕਰਨਗੇ ਜੀ। ਬਹੁਤ ਬਹੁਤ ਧੰਨਵਾਦ। ਉਹ ਗੱਲ ਸੁਣੋ, ਹੁਣ ਦੱਸਿਓ। ਹਾਂਜੀ ਹਾਂਜੀ, ਇਹ ਮੈਂ ਬੰਬੇ ਰਿਹਾ। ਹਾਂਜੀ, ਚਰਚੇਟ ਨੇਵੀ ਚ ਮੈਂ 18-19 ਸਾਲ ਰਿਹਾ। ਹਾਂਜੀ, ਇਹ ਬਾਂਦਰਾ ਤੋਂ ਆ ਜਾ ਕਿੱਦਾਂ। ਅੱਛਾ, ਤੇ ਹਰਵਿੰਦਰ ਰਿਆੜ, ਹਾਂਜੀ,
ਇਹਨਾਂ ਨਾਲ ਮੈਂ ਇਹ ਕੁਛ ਸਰਤਾਜ ਦਾ ਸ਼ੋਅ ਕਰਾ ਰਿਹਾ ਸੀ। ਹਾਂਜੀ, ਮੈਂ ਇਹਨਾਂ ਨੂੰ ਈਮੇਲ ਵੀ ਕੀਤੀ ਸੀ। ਉਹ ਦੇਖੋ ਤੁਹਾਡਾ ਇਹ ਕੋਈ ਸਾਡਾ ਜਿਹੜਾ ਪ੍ਰੋਗਰਾਮ ਹੈ, ਤੁਸੀਂ ਇਸ ਪ੍ਰੋਗਰਾਮ ਬਾਰੇ ਕੋਈ ਅਗਰ ਰਾਏ ਦਿਓ, ਬਾਕੀ ਮੇਲ ਬਾਕਸ ਦਾ, ਹਾਂਜੀ, ਮੇਲਮੈਨ ਦਾ ਤੇ ਰੋਲ ਨਹੀਂ ਅਦਾ ਕਰ ਸਕਦੇ। ਬਾਕੀ ਤੁਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਗੁਰੂ ਸਾਹਿਬ ਦੇ, ਉਹਦੇ ਬਾਰੇ ਕੋਈ ਕਹਿਣਾ ਚਾਹੁੰਦੇ ਹੋ? ਨਹੀਂ, ਲਾਂਬਾ ਸਾਹਿਬ ਤਾਂ ਬਹੁਤ ਇਹਨਾਂ ਦੇ ਵਿਚਾਰ ਸੁਣਦੇ ਹੋਏ ਆ। ਮੈਂ ਬੋਲ ਰਿਹਾ ਜੀ, ਲਾਂਬਾ ਹੀ ਬੋਲ ਰਿਹਾ, ਗੁਰਚਰਨਜੀਤ ਸਿੰਘ ਲਾਂਬਾ ਹੀ ਬੋਲ ਰਿਹਾ। ਲਾਂਬਾ ਸਾਹਿਬ, ਮੈਂ ਤੇ 84 ਚ ਜੀ ਮੈਂ ਅਹਿਮਦਾਬਾਦ ਸੀ ਜੀ। ਅਸੀਂ 101 ਘਰ ਚੋਂ ਹਾਂਜੀ ਦੋ ਸਰਦਾਰ ਸੀ। ਹਾਂਜੀ, ਸਾਨੂੰ ਕਹਿੰਦੀ ਸਾਡੀ ਕਹਿੰਦੀ ਹਵਾ ਨਹੀਂ ਦੇਖਿਆ। ਠੀਕ ਹੈ। ਤੇ ਜਿਹੜਾ ਮੇਰੇ ਰਿਸ਼ਤੇਦਾਰਾਂ ਚੋਂ ਸੀ, ਉਹਦੇ ਘਰ ਨੂੰ ਅੱਗ ਲਾਉਣ ਨੂੰ ਵੀ ਲੱਗਿਓ ਸੀ। ਨਹੀਂ, ਅੱਜ ਦੇ ਪ੍ਰੋਗਰਾਮ ਬਾਰੇ ਭਾਈ ਸਾਹਿਬ ਤੁਸੀਂ ਦਸਾਂਝ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਆਈ ਇੰਜੋਏ ਯੂਰ ਸ਼ੋ। ਓਕੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ 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 ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਭੁਪਿੰਦਰ ਸਿੰਘ ਬੋਲ ਰਿਹਾ ਜੀ, ਦਦੇਹਰ ਇੱਥੋਂ ਫੇਅਰਫੀਲਡ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ, ਹੁਕਮ ਕਰੋ ਭੁਪਿੰਦਰ ਸਿੰਘ ਜੀ। ਹੁਕਮਨਾਮੇ ਬਾਰੇ ਤੁਹਾਡੇ ਵਿਚਾਰ ਸੁਣ ਰਹੇ ਸੀ, ਗੁਰੂ ਸਾਹਿਬ ਦੇ ਹੁਕਮਨਾਮੇ ਦੇਖ ਰਹੇ ਸੀਗੇ ਜੀ ਜੀ। ਮੇਰਾ ਕੁਐਸਚਨ ਆ ਜੀ, ਇੱਕ ਪਹਿਲਾ ਤੇ ਇਹ ਕਿ ਮੀਟ ਬਾਰੇ ਆਪਣੇ ਕਾਫੀ ਪੰਥ 'ਚ ਰੌਲਾ ਪਿਆ ਹੈ, ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹਦੇ ਬਾਰੇ ਕਲੀਅਰ ਕਰੋਗੇ ਮਾੜਾ ਜਿਹਾ? ਦੇਖੋ, ਉਹ ਪ੍ਰੋਗਰਾਮ ਜਦੋਂ ਅਸੀਂ ਰਹਿਤ ਮਰਿਆਦਾ ਤੇ ਕਰਾਂਗੇ। ਬਾਕੀ ਅੱਜ ਦਾ ਜਿਹੜਾ ਹੁਕਮਨਾਮਾ ਸੀ ਉਸ ਦੇ ਵਿੱਚ ਵੀ ਸਪਸ਼ਟ ਅੰਕਿਤ ਹੈ, ਔਰ ਜਿਹੜਾ ਕਿ ਰਹਿਤ ਮਰਿਆਦਾ ਮੁਤਾਬਕ ਹੈ, ਅਬਾਖਿਆ ਦਾ ਕੁੱਠਾ ਮਾਸ ਖਾਵੇ ਨਹੀਂ। ਸੋ ਇਸ ਕਰਕੇ ਉਹ ਜਦੋਂ ਅਸੀਂ ਪ੍ਰੋਗਰਾਮ ਕਰਾਂਗੇ ਕਿਸੇ ਹੋਰ ਰਹਿਤ ਮਰਿਆਦਾ ਦੀ ਵਿਆਖਿਆ ਬਾਰੇ, ਉਹਦੇ 'ਚ ਅਸੀਂ ਉਸ ਬਾਰੇ ਜ਼ਰੂਰ ਆਪਣਾ ਵਿਚਾਰ ਸਾਂਝਾ ਮੈਂ ਤੁਹਾਨੂੰ ਪੁੱਛਣਾ, ਇਹ ਭਾਖਿਆ ਦਾ ਕੁੱਠਾ ਕੀ ਹੁੰਦਾ ਜੀ, ਉਹਦਾ ਮਤਲਬ? ਲੈ ਤੁਰਕਨ ਤੇ ਮਾਸ ਜੋ ਖਾਵੇ, ਇਹੀ ਹੁਕਮਨਾਮਿਆਂ 'ਚ ਔਰ ਇਹੀ ਲਿਖਿਆ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਸਪਸ਼ਟ ਅੰਕਿਤ ਕੀਤਾ ਹੋਇਆ ਹੈ ਕਿ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮਾਸ ਹੈ, ਉਹਨਾਂ ਨੂੰ ਖਾਣ ਵਾਲਾ ਬਜਰ ਕੁਰੈਤ ਹੈ, ਉਹ 4 ਕੁਰੈਤਾਂ ਵਿੱਚ ਸ਼ਾਮਲ। ਦੂਸਰੀ ਇਹ ਬੇਨਤੀ ਸੀਗੀ ਜਿਹੜੀ ਤੁਸੀਂ ਕਿਹਾ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣ ਲਈ। ਹਾਂਜੀ ਹਾਂਜੀ, ਬਿਲਕੁਲ ਕਵਾਂਗੇ ਜੀ। ਹਾਂਜੀ ਹਾਂਜੀ, ਪਰ ਉਹਦੇ ਆਪਾਂ ਇਹ ਵੇਖਣਾ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਉਹਨਾਂ ਨੂੰ ਪਦਵੀ ਕਿੱਦਾਂ ਮਿਲੀ, ਉਹਨਾਂ ਨੂੰ ਕਿਹਨਾਂ ਨੇ ਬਿਠਾਇਆ ਉੱਥੇ? ਉਹ ਆਪਣੇ ਕਿਸੇ ਮਫਾਦ ਲਈ ਤੇ ਨਹੀਂ ਉਹਨਾਂ ਨੂੰ ਵਰਤ ਰਹੇ ਜਾਂ ਹੁਕਮਨਾਮੇ ਦਵਾ ਰਹੇ ਉੱਥੋਂ? ਇਸ ਤਰ੍ਹਾਂ ਮੈਂ ਸਮਾਂ ਨਹੀਂ ਸੀ ਅੱਜ। ਮੈਂ ਅਗਲੀ ਵਾਰ ਜ਼ਰੂਰ ਉਸ ਚੀਜ਼ ਦਾ ਜ਼ਿਕਰ ਕਰਾਂਗੇ ਕਿ ਜਿਹੜਾ ਤੁਹਾਡਾ ਇਹ ਸਵਾਲ ਹੈ, ਉਹ ਹੁਕਮਨਾਮੇ ਅਗਰ ਉਹ ਕਿਸੇ ਦੇ ਦਬਾਅ ਥੱਲੇ ਹੁੰਦੇ, ਅਕਾਲ ਤਖਤ ਸਾਹਿਬ ਤੋਂ RSS ਦੇ ਵਿਰੋਧ ਵਿੱਚ ਹੁਕਮਨਾਮੇ ਜਾਰੀ ਨਹੀਂ ਸੀ ਹੋ ਸਕਦੇ। ਇਹ ਸਪਸ਼ਟ ਹੈ। ਇੱਕ ਸੁਣੀ ਸੁਣਾਈ ਔਰ ਇੱਕ ਆਮ ਚਲਦੀ ਗੱਲ ਦੇ ਉੱਤੇ ਕਰ ਦੇਣਾ ਜਿਹੜੀ ਸਾਡੀ ਅਥਾਰਟੀ ਹੈ। ਮੈਂ ਦਾਅਵੇ ਨਾਲ ਇੱਕ ਚੀਜ਼ ਅੱਜ ਇਸ ਸਟੇਜ ਤੋਂ ਬੜੀ ਕਲੈਰਿਟੀ ਨਾਲ, ਬੜੀ ਇਮਾਨਦਾਰੀ ਨਾਲ ਕਹਿ ਸਕਦਾ, ਸਾਰੇ ਦੇ ਸਾਰੇ ਹੁਕਮਨਾਮੇ ਅਕਾਲ ਤਖਤ ਸਾਹਿਬ ਦੇ ਸਾਡੇ ਪਾਸ ਮੌਜੂਦ ਹਨ। ਉਹਨਾਂ ਦੇ ਉੱਤੇ ਅਗਰ ਕੋਈ ਤੁਹਾਨੂੰ ਲੱਗਦਾ ਹੈ ਕੋਈ ਵੀ ਹੁਕਮ ਜਾਂ ਹੁਕਮਨਾਮਾ ਗੁਰਮਤ ਦੇ ਜਾਂ ਸਿੱਖ ਸਿਧਾਂਤ ਦੇ ਵਿਰੋਧ ਵਿੱਚ ਹੈ, ਉਹ ਤੁਸੀਂ ਜ਼ਰੂਰ ਦਿਓ। ਇੱਦਾਂ ਜਾਪਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਸਿੰਘਾਸਨ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਸਿੰਘਾਸਨ, ਉਹ ਸਥਾਨ ਹੈ ਜਿਸ 'ਤੇ ਬੈਠ ਕੇ ਗੁਰੂ ਦੀ ਅਦ੍ਰਿਸ਼ ਕਲਾ ਵਾਪਰਦੀ ਹੈ। ਉਹ ਸਾਰੇ ਹੁਕਮਨਾਮੇ ਜਿੰਨੇ ਵੀ ਜਾਰੀ ਹੋਏ ਹਨ ਗੁਰਮਤ ਅਨੁਸਾਰ, ਉਹਨਾਂ 'ਚ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ। ਨਹੀਂ, ਮੈਂ ਹੁਕਮਨਾਮਿਆਂ ਦੀ ਬੇਨਤੀ ਕਰ ਰਿਹਾ। ਉਹਨਾਂ ਦੇ ਵਿੱਚ ਕਿਸੇ ਹੁਕਮਨਾਮੇ ਦੇ ਉੱਤੇ ਤੁਹਾਨੂੰ ਅਗਰ ਇਤਰਾਜ਼ ਹੈ, ਕੋਈ ਇਹਦੇ ਸੁਝਾਅ ਹੈ, ਉਹ ਜ਼ਰੂਰ ਤੁਸੀਂ ਸਾਨੂੰ ਸਾਂਝੇ ਕਰਨਾ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਹਾਂਜੀ ਦੱਸੋ। ਹੈਲੋ 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 ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਬਲਦੇਵ ਸਿੰਘ ਬੋਲ ਰਿਹਾ। ਹਾਂਜੀ ਜੀ, ਹਾਂਜੀ, ਹੁਕਮ ਕਰੋ ਜੀ। ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਦਾ ਹੁਕਮਨਾਮੇ ਦਾ ਤੁਸੀਂ ਜੋ ਵੀ ਬਿਆਨ ਕੀਤਾ ਬਹੁਤ ਚੰਗਾ ਕੀਤਾ, ਤੇ ਇਸ ਤਰ੍ਹਾਂ ਸੰਗਤਾਂ ਨੂੰ ਕਰਦੇ ਰਹਿਣਾ। ਮੇਰੇ ਵੱਲੋਂ ਤੁਹਾਨੂੰ ਇਹੋ ਹੀ ਲੱਖ ਲੱਖ ਵਧਾਈ ਹੈ। ਚਲੋ ਜੀ, ਤੁਸੀਂ ਅਰਦਾਸ ਕਰੋ ਜਸ ਪੰਜਾਬੀ ਚੜ੍ਹਦੀ ਕਲਾ ਵਿੱਚ ਜਾਏ ਤਾਂ ਕਿ ਉਹ ਇਦਾਂ ਦੇ ਪ੍ਰੋਗਰਾਮ ਜਿਹੜਾ ਹੈ ਉਹ ਜ਼ਰੂਰ ਜਾਰੀ ਕਰ ਸਕੇ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੋ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ। ਜਿਵੇਂ
इस सारी गुफ्तगू दे विचों, इस सारी गलबात विचों एक कुछ शायद ज़रा जी शंका इस तरह की भी ਜਿਹੜੇ अकाल तख्त साहब के सिंह साहिबान के उत्ते या जथेदार साहब ते जिवें अर्ज़ कीती सी कि वो हुक्मनामे जितने भी हैं वो सारे दे सारे कलमबद्ध हैं, सारे छपे हुए हैं, सारे मौजूद हैं। उन्हां हुक्मनामिਆਂ ਦੇ ਉੱਤੇ ਅਸੀਂ ਜ਼ਰੂਰ ਗੱਲ ਕਰਾਂਗੇ और ਜਿਹੜਾ इल्ज़ाम लगता है वो शायद अपने आप ही वो हवा के बुल्ले की तरह उड़ जाएगा कि अकाल तख्त साहब वो निरपक्ष होकर अपने आदेश नहीं जारी कर सकता। सो अज का प्रोग्राम इत्थे तक ही। इजाज़त दिओ, अगले मंगलवार को शाम 8:45 बजे ईस्टर्न टाइम फिर हाज़र होवांगे एक होर सैगमेंट लैके। बहुत बहुत धन्यवाद। वाहिगुरू जी का खालसा, वाहिगुरू जी की फतेह।